ਪੂਰੇ ਭਾਰਤ ਦੇ ਵਿੱਚ ਚੀਨ ਦੇ ਖਿਲਾਫ ਜੋ ਲਹਿਰ ਚੱਲ ਰਹੀ ਹੈ, ਜੋ ਭਾਵਨਾਵਾਂ ਭੜਕੀਆਂ ਹੋਈਆਂ ਨੇ ਚੀਨ ਦੇ ਖਿਲਾਫ, ਉਸੇ ਦੀ ਐਵੇਂ ਦੇ ਵਿੱਚ ਪੂਰੇ ਭਾਰਤ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਚੀਨ ਦਾ ਬਣਿਆ ਹੋਇਆ ਸਮਾਨ ਉਸ ਦਾ ਬਾਇਕਾਟ ਕੀਤਾ ਜਾਵੇ, ਉਸ ਨੂੰ ਵਰਤੋਂ ਦੇ ਵਿੱਚ ਨਾ ਲਿਆਂਦਾ ਜਾਵੇ ਤਾਂ ਜੋ ਆਰਥਿਕ ਪੱਖੋਂ ਚੀਨ ਨੂੰ ਤੋੜ ਦਿੱਤਾ ਜਾਵੇ, ਉਸ ਦਾ ਲੱਕ ਤੋੜ ਦਿੱਤਾ ਜਾਵੇ। ਕਿਉਂਕਿ ਸਭ ਜਾਣਦੇ ਨੇ ਕਿ ਭਾਰਤੀ ਬਾਜ਼ਾਰ ਵੱਡੇ ਪੱਧਰ ਤੇ ਚੀਨ ਤੇ ਟਿਕਿਆ ਹੋਇਆ ਹੈ। ਚੀਨ ਦਾ ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਭਾਰਤੀ ਬਾਜ਼ਾਰ ਦੇ ਵਿੱਚ ਆਉਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਨੇੜੇ ਤੇੜੇ ਦੀਆਂ ਚੀਜ਼ਾਂ 'ਚ ਨਜ਼ਰ ਪਾਓ ਤਾਂ ਤੁਹਾਨੂੰ ਲਗਭਗ 50 ਤੋਂ 60% ਸਮਾਨ ਅਜਿਹਾ ਨਜ਼ਰ ਆਏਗਾ ਜਿਹੜਾ ਚੀਨ ਤੋਂ ਆਉਂਦਾ ਜਾਂ ਚੀਨ ਨਾਲ ਸੰਬੰਧਿਤ ਹੈ ਜਾਂ ਚੀਨ ਦੀਆਂ ਕੰਪਨੀਆਂ ਦਾ ਬਣਿਆ ਹੋਇਆ। ਅਜਿਹੇ ਦੇ ਵਿੱਚ ਇਹ ਕਿਹਾ ਜਾਣਾ ਕਿ ਚੀਨ ਦੇ ਸਮਾਨ ਦਾ ਬਾਇਕਾਟ ਕੀਤਾ ਜਾਵੇ ਚੰਗੀ ਗੱਲ ਹੈ। ਜੇ ਭਾਵਨਾਵਾਂ ਨੇ ਤਾਂ ਕੀਤਾ ਵੀ ਜਾਣਾ ਚਾਹੀਦਾ ਹੈ। ਜੇਕਰ ਸਾਡੇ ਨਾਲ ਉਸਨੇ ਕੁਝ ਗਲਤ ਵਤੀਰਾ ਕੀਤਾ ਤਾਂ ਉਸ ਦਾ ਉਸਨੂੰ ਸਬਕ ਵੀ ਮਿਲਣਾ ਚਾਹੀਦਾ, ਪਰ ਸਾਨੂੰ ਭਾਵਨਾਵਾਂ ਦੇ ਵਿੱਚ ਬਹਿ ਕੇ ਸਾਰਥਿਕਤਾ ਤੋਂ ਦੂਰ ਨਹੀਂ ਜਾਣਾ ਚਾਹੀਦਾ। ਸੱਚਾਈ ਕੀ ਹੈ, ਮਾਰਕੀਟ ਦੀ ਸੱਚਾਈ ਕੀ ਹੈ, ਉਹ ਸਮਝਣੀ ਬੜੀ ਜ਼ਰੂਰੀ ਹੈ। ਅੱਜ ਤੁਹਾਨੂੰ ਸਮਝਾਵਾਂਗੇ ਕਿ ਚੀਨ ਕਿੱਥੇ ਤੱਕ ਅੰਦਰ ਆ ਚੁੱਕਾ ਹੈ, ਉਹਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਚੁੱਕੀਆਂ ਨੇ ਭਾਰਤੀ ਬਾਜ਼ਾਰ ਦੇ ਵਿੱਚ। ਚੀਨ ਦਾ ਕਿਹੜਾ ਸਮਾਨ ਸਾਡੇ ਘਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਮਿਲ ਰਿਹਾ ਹੈ ਤੇ ਕੀ ਉਹਨਾਂ ਬਿਨਾਂ ਸਰਵਾਈਵ ਹੋ ਸਕਦਾ ਹੈ, ਕੀ ਉਹਨਾਂ ਬਿਨਾਂ ਸਾਡੀ ਮਾਰਕੀਟ ਟਿਕ ਸਕਦੀ ਹੈ, ਇਸ ਬਾਰੇ ਤੁਹਾਨੂੰ ਤਮਾਮ ਜਾਣਕਾਰੀ ਦਾਂਗੇ। ਇੱਕ ਇੱਕ ਕਰਕੇ ਇੱਕ ਪਹਿਲੂ ਤੇ ਨਜ਼ਰ ਪਾਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਮਾਰਟਫੋਨ ਦੀ, ਜਿਸ ਦੀ ਕਹਿੰਦੇ ਕਿ ਜਿਹਦੇ ਬਿਨਾਂ ਅੱਜ ਅਸੀਂ ਰਹਿ ਹੀ ਨਹੀਂ ਸਕਦੇ। ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਸਮਾਰਟਫੋਨ। ਜੇਕਰ ਤੁਸੀਂ ਕੋਈ ਕਾਲ ਕਰਨੀ ਹੈ, ਵੀਡੀਓ ਕਾਲ ਕਰਨੀ ਹੈ, ਮੇਲ ਕਰਨੀ ਹੈ, ਚੈਟ ਕਰਨੀ ਹੈ ਤਾਂ ਸਮਾਰਟਫੋਨ ਬੜਾ ਜ਼ਰੂਰੀ ਹੈ। ਔਰ ਜੇ ਅੰਕੜੇ ਤੇ ਨਜ਼ਰ ਪਾਈ ਜਾਵੇ ਤਾਂ ਚੀਨ 2 ਲੱਖ ਕਰੋੜ ਦਾ ਵਪਾਰ ਭਾਰਤ ਦੇ ਵਿੱਚ ਕਰਦਾ ਹੈ ਸਿਰਫ ਮੋਬਾਈਲ ਫੋਨ ਦਾ। ਬਾਜ਼ਾਰੀ ਕੀਮਤ ਹੈਗੀ ਹੈ ਜੋ ਆਕਾਰ ਹੈ ਉਸਦਾ, ਉਹ 2 ਲੱਖ ਕਰੋੜ ਦਾ। ਚੀਨੀ ਉਤਪਾਦ ਦਾ ਜਿਹੜਾ ਹਿੱਸਾ ਹੈ, ਤੁਹਾਨੂੰ ਸੁਣ ਕੇ ਯਕੀਨ ਨਹੀਂ ਹੋਏਗਾ, 72% ਹਿੱਸਾ ਚੀਨੀ ਮੋਬਾਈਲ ਫੋਨਾਂ ਦਾ ਹੈ। ਚੀਨੀ ਸਮਾਰਟਫੋਨ ਨੇ ਜਿਹੜੇ ਉਹ 72% ਮਾਰਕੀਟ ਤੇ ਕਬਜ਼ਾ ਹੈਗਾ। ਅਜਿਹੇ ਦੇ ਵਿੱਚ ਜੇਕਰ ਅਸੀਂ 72% ਹਿੱਸੇ ਨੂੰ ਹਟਾ ਦਿੰਦੇ ਹਾਂ ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾਓ ਕਿ ਕਿਸ ਤਰ੍ਹਾਂ ਅਸੀਂ ਸਰਵਾਈਵ ਕਰ ਸਕਦੇ ਹਾਂ। ਬਦਲਾਅ ਦੀ ਸੰਭਾਵਨਾ ਬਹੁਤ ਮੁਸ਼ਕਲ ਹੈ। ਉਸਦਾ ਕਾਰਨ ਇਹ ਹੈ ਕਿ ਚੀਨੀ ਬ੍ਰਾਂਡ ਦੇ ਜਿੰਨੇ ਫੋਨ ਨੇ ਉਹਨਾਂ ਦੀ ਕੀਮਤ ਵੀ ਘੱਟ ਹੈ ਔਰ ਦੂਜੇ ਬ੍ਰਾਂਡ ਦੇ ਨਾਲੋਂ ਉਹ ਵਧੀਆ ਵੀ ਨੇ। ਅਜਿਹੇ ਦੇ ਵਿੱਚ ਬਦਲਾਅ ਕਿਵੇਂ ਆਏਗਾ, ਕਿਵੇਂ ਸੰਭਵ ਹੋ ਸਕਦਾ ਹੈ, ਇਹਦੀ ਸੰਭਾਵਨਾ ਬਹੁਤ ਘੱਟ ਹੈਗੀ ਹੈ। ਘੱਟੋ ਘੱਟ ਫੋਨਾਂ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਸੰਭਾਵਨਾ ਬਹੁਤ ਮੁਸ਼ਕਲ ਹੈ ਕਿ ਚੀਨੀ ਬ੍ਰਾਂਡ ਨੂੰ ਖਤਮ ਕਰਕੇ ਕੋਈ ਹੋਰ ਬ੍ਰਾਂਡ ਲੈ ਕੇ ਆਂਦਾ ਜਾਵੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਟੈਲੀਕਾਮ ਦੀ। ਟੈਲੀਕਾਮ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਡਿਸ਼ ਐਂਟੀਨਾ, ਬੂਸਟਰ, ਬ੍ਰਾਂਡਵਿਥ ਵਧਾਉਣ ਵਾਲੇ ਜਿਹੜੇ ਉਪਕਰਨ ਨੇ ਉਹ ਨੇ। ਬਾਜ਼ਾਰੀ ਆਕਾਰ ਜਿਹੜਾ ਇਹਦਾ ਹੈਗਾ 1200 ਕਰੋੜ ਦਾ। 1200 ਕਰੋੜ ਦਾ ਵਪਾਰ ਜਿਹੜਾ ਉਹ ਚਾਈਨਾ ਕਰਦਾ ਹੈ ਇਸ ਪਾਰਟੀਕੂਲਰ ਏਰੀਆ ਦੇ ਵਿੱਚ। ਉਤਪਾਦ ਦਾ ਹਿੱਸਾ 25% ਜਿਹੜਾ ਉਹਦਾ ਦਬਦਬਾ ਹੈਗਾ ਇਸ ਪੂਰੀ ਮਾਰਕੀਟ ਤੇ। ਔਰ ਸੰਭਵ ਹੈ ਬਦਲਾਅ, ਪਰ ਮਹਿੰਗਾ, ਕਿਉਂਕਿ ਇਸ ਖੇਤਰ ਦੇ ਵਿੱਚ ਜੇਕਰ ਅਮਰੀਕਾ ਤੇ ਯੂਰਪ ਦੇ ਸਪਲਾਇਰਾਂ ਵੱਲ ਅਸੀਂ ਰੁਖ ਕਰਦੇ ਹਾਂ ਤਾਂ 10 ਤੋਂ 15% ਮਹਿੰਗੇ ਨੇ ਉਹ। ਜੇਕਰ ਅਸੀਂ ਚਾਈਨਾ ਨੂੰ ਹਟਾ ਕੇ ਯੂਰਪ ਜਾਂ ਅਮਰੀਕਾ ਵੱਲ ਰੁਖ ਕਰਦੇ ਹਾਂ ਕਿ ਉੱਥੋਂ ਉਤਪਾਦ ਟੈਲੀਕਾਮ ਦੇ ਲੈ ਕੇ ਆਉਂਦੇ ਜਾਣ ਤਾਂ 10 ਤੋਂ 15% ਜਿਹੜਾ ਉਹ ਰੇਟ ਵੱਧ ਸਕਦਾ ਹੈ, ਜਿਸ ਦਾ ਸਿੱਧਾ ਅਸਰ ਜਿਹੜਾ ਕੰਜ਼ਿਊਮਰ ਤੇ ਪਏਗਾ। ਔਰ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਟੈਲੀਵਿਜ਼ਨ ਦੀ। ਆਪਣੇ ਘਰਾਂ ਦੇ ਵਿੱਚ LED ਲੱਗੇ ਨੇ, LCD ਲੱਗੇ ਨੇ, ਸਮਾਰਟ TV ਲੱਗੇ ਹੋਏ ਨੇ। ਉਹਨਾਂ ਦਾ ਕੀ ਹੈਗਾ, ਸਾਰਥਿਕਤਾ ਕੀ ਹੈਗੀ ਆ, ਮਾਰਕੀਟ ਦੇ ਵਿੱਚ ਕਿੱਥੇ ਸਟੈਂਡ ਕਰਦੇ ਆ ਚੀਨੀ TV, ਉਸ ਬਾਰੇ ਵੀ ਦੱਸ ਦਿੰਦੇ ਹਾਂ। ਬਾਜ਼ਾਰੀ ਆਕਾਰ 25,000 ਕਰੋੜ ਰੁਪਏ ਦਾ। ਚਾਈਨਾ ਵਪਾਰ ਕਰਦਾ ਸਮਾਰਟ TV ਔਰ ਦੂਜੇ LED LCD ਦਾ 25,000 ਕਰੋੜ ਰੁਪਏ ਦਾ ਭਾਰਤ ਦੇ ਵਿੱਚ। ਔਰ ਚੀਨੀ ਉਤਪਾਦ ਦਾ ਹਿੱਸਾ ਜੇ ਦੇਖਿਆ ਜਾਵੇ ਤਾਂ ਸਮਾਰਟ TV ਜਿਹੜੇ ਨੇ ਉਹ 42 ਤੋਂ 45% ਸਮਾਰਟ TV ਨੇ ਜਿਹੜੇ ਉਹ ਚਾਈਨਾ ਤੋਂ ਬਣ ਕੇ ਆਉਂਦੇ ਨੇ, ਜਿਹੜੇ ਭਾਰਤ ਦੇ ਬਾਜ਼ਾਰਾਂ ਦੇ ਵਿੱਚ ਵਿਕਦੇ ਨੇ। ਜਿਹੜੇ ਸਿੰਪਲ TV ਨੇ, ਆਮ TV ਨੇ, ਉਹ 7 ਤੋਂ 9% ਨੇ ਜਿਹੜੇ ਉਹ ਸਿਰਫ ਚਾਈਨਾ ਤੋਂ ਆਉਂਦੇ ਨੇ। ਯਾਨੀ ਲਗਭਗ ਜਿੰਨੇ ਵੀ ਸਮਾਰਟ TV ਨੇ ਉਹਨਾਂ ਦੇ ਵਿੱਚੋਂ ਵੱਡਾ ਹਿੱਸਾ, ਲਗਭਗ ਅੱਧਾ ਹਿੱਸਾ ਕਹਿ ਸਕਦੇ ਹੋ ਕਿ ਜਿਹੜਾ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ, ਭਾਰਤੀ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ, ਉਹ 42 ਤੋਂ 45% ਹੈ। ਬਦਲਾਅ ਦੀ ਸੰਭਾਵਨਾ ਕਿੰਨੀ ਹੈ? ਸੰਭਵ ਹੈ ਪਰ ਮਹਿੰਗਾ ਪਏਗਾ। ਚੀਨੀ ਸਮਾਰਟ TV ਦਾ ਬਦਲਾਅ 20 ਤੋਂ 45% ਮਹਿੰਗਾ ਹੋਵੇਗਾ। ਜੇਕਰ ਚਾਈਨਾ ਤੋਂ ਜਿੰਨੇ ਸਮਾਰਟ TV ਆਉਂਦੇ ਨੇ ਉਹ ਬੰਦ ਕਰ ਦਿੱਤੇ ਜਾਣ ਤਾਂ 20 ਤੋਂ ਲੈ ਕੇ 45% ਦਾ ਜਿਹੜਾ ਉਹ TV ਦਾ ਰੇਟ ਵੱਧ ਜਾਏਗਾ, ਸਮਾਰਟ TV ਦਾ ਰੇਟ ਵੱਧ ਜਾਏਗਾ, ਕਿਉਂਕਿ ਚਾਈਨਾ ਸਸਤੇ ਸਮਾਰਟ TV ਵੇਚਦਾ। ਇਸ ਤੋਂ ਬਾਅਦ ਅਸੀਂ ਘਰੇਲੂ ਉਪਕਰਨ ਵੱਲ ਵਧਦੇ ਹਾਂ, ਕਿਉਂਕਿ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਵੱਲ ਜੇਕਰ ਨਜ਼ਰ ਪਾਓ ਤਾਂ ਤੁਹਾਡਾ ਫ੍ਰਿਜ ਹੈ, ਵਾਸ਼ਿੰਗ ਮਸ਼ੀਨ ਹੈ, ਏਅਰ ਕੰਡੀਸ਼ਨਰ ਹੈ, ਮਾਈਕ੍ਰੋਵੇਵ ਓਵਨ ਹੈ, ਤੁਹਾਡੇ ਘਰਾਂ ਦੇ ਵਿੱਚ ਚਿਮਨੀਆਂ ਲੱਗੀਆਂ ਨੇ, ਗੈਸ ਚੁੱਲ੍ਹੇ ਨੇ, ਕੈਟਲਸ ਨੇ, ਉਹ ਸਾਰੀਆਂ ਵੀ ਲਗਭਗ ਜਿਹੜੀਆਂ ਨੇ ਉਹ ਚਾਈਨਾ ਤੋਂ ਵੱਡੇ ਪੱਧਰ ਤੇ ਆਉਂਦੀਆਂ ਨੇ। ਬਾਜ਼ਾਰੀ ਆਕਾਰ ਜਿਹੜਾ ਇਹਦਾ ਹੈਗਾ ਲਗਭਗ 50,000 ਕਰੋੜ ਰੁਪਏ ਦਾ। ਚਾਈਨਾ 50,000 ਕਰੋੜ ਦਾ ਵਪਾਰ ਹੋਮ ਅਪਲਾਇੰਸਸ, ਘਰੇਲੂ ਉਪਕਰਨ ਦੇ ਵਿੱਚ ਕਰਦਾ ਹੈ। ਚੀਨੀ ਉਤਪਾਦ ਦਾ ਹਿੱਸਾ 10 ਤੋਂ 12% ਹੈ। ਇੱਥੇ ਥੋੜੀ ਰਾਹਤ ਵਾਲੀ ਖਬਰ ਹੈਗੀ ਹੈ ਕਿ 10 ਤੋਂ 12% ਅਜਿਹੇ ਉਪਕਰਨ ਨੇ ਜਿਹੜੇ ਚਾਈਨਾ ਤੋਂ ਆਉਂਦੇ ਨੇ। ਬਦਲਾਅ ਦੀ ਸੰਭਾਵਨਾ ਹੈ, ਫਿਲਹਾਲ ਆਸਾਨ ਦੱਸੀ ਜਾ ਰਹੀ ਹੈ। ਜਿਹੜੇ ਮਾਹਰ ਕਹਿੰਦੇ ਨੇ ਕਿ ਫਿਲਹਾਲ ਆਸਾਨ ਹੈ ਕਿ ਅਸੀਂ ਇਹ ਕਰ ਸਕਦੇ ਹਾਂ, ਪਰ ਗੱਲ ਇਹ ਹੈ
ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਚੀਨੀ ਮਾਲ ਸਸਤਾ ਕਰ ਦਿੱਤਾ ਜਾਂਦਾ ਹੈ, ਇਸ ਤੋਂ ਵੀ ਜ਼ਿਆਦਾ ਰੇਟ ਗੇਰ ਦਿੱਤੇ ਜਾਂਦੇ ਨੇ, ਫਿਰ ਮੁਕਾਬਲਾ ਅਸੀਂ ਕਿਸ ਤਰ੍ਹਾਂ ਕਰਾਂਗੇ, ਇਹ ਸੋਚਣ ਵਾਲੀ ਗੱਲ ਜ਼ਰੂਰ ਹੈ। ਫਿਲਹਾਲ ਜਿਹੜੇ ਇੰਡੀਅਨਸ ਪ੍ਰੋਡਕਟ ਨੇ ਘੱਟੋ ਘੱਟ ਹੋਮ ਅਪਲਾਇੰਸਿਸ ਦੇ ਮੁੱਦੇ ਦੇ ਉੱਤੇ ਉਹ ਚਾਈਨਾ ਨਾਲ ਕੰਪੀਟ ਕਰ ਸਕਦੇ ਨੇ ਜੇਕਰ ਚਾਈਨਾ ਨੂੰ ਅਸੀਂ ਬੰਦ ਕਰ ਦਈਏ, ਪਰ ਜੇ ਚਾਈਨਾ ਨੇ ਹੋਰ ਰੇਟ ਡਾਊਨ ਕਰਤਾ ਫਿਰ ਥੋੜੀ ਮੁਸ਼ਕਲ ਹੋ ਸਕਦੀ ਹੈ। ਆਟੋ ਪੁਰਜੇ ਦੀ ਗੱਲ ਕਰੀਏ ਤਾਂ ਇੱਥੇ ਇੱਕ ਵੱਡਾ ਹਿੱਸਾ ਜਿਹੜਾ ਉਹ ਚਾਈਨਾ ਨਾਲ ਸੰਬੰਧਿਤ ਹੈ। ਤਕਰੀਬਨ 57 ਬਿਲੀਅਨ ਡਾਲਰ ਦਾ ਬਿਜ਼ਨਸ ਹੈ ਜਿਹੜਾ ਉਹ ਚਾਈਨਾ ਭਾਰਤੀ ਬਾਜ਼ਾਰ ਦੇ ਵਿੱਚ ਕਰਦਾ ਆਟੋ ਪੁਰਜਿਆਂ ਨੂੰ ਲੈ ਕੇ। ਚੀਨੀ ਉਤਪਾਦਾਂ ਦਾ ਹਿੱਸਾ ਇਹਦੇ ਵਿੱਚ 26% ਹੈ। ਮਾਰਕੀਟ ਦੇ ਵਿੱਚ ਜਿੰਨੇ ਵੀ ਤੁਹਾਨੂੰ ਆਟੋ ਉਤਪਾਦ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚੋਂ 26% ਹਿੱਸਾ ਜਿਹੜਾ ਉਹ ਚੀਨੀ ਉਤਪਾਦਾਂ ਦਾ ਚਾਈਨਾ ਜਿਹੜਾ ਉਹ ਬਣਾ ਕੇ ਭੇਜਦਾ ਹੈ। ਬਦਲਾਅ ਦੀ ਸੰਭਾਵਨਾ ਕਾਫੀ ਮੁਸ਼ਕਲ ਹੈ, ਭਾਵੇਂ ਚੀਨ ਵੱਲੋਂ ਕੇਵਲ 1/4 ਹੀ ਸਪਲਾਈ ਕੀਤੀ ਜਾਂਦੀ ਹੈ, ਪਰ ਸਥਾਨਕ ਤੇ ਕੌਮਾਂਤਰੀ ਪੱਧਰ ਤੇ ਇਸ ਦਾ ਬਦਲਾਅ ਕਾਫੀ ਮੁਸ਼ਕਲ ਹੋਵੇਗਾ ਕਿਉਂਕਿ ਚੀਨੀ ਪੁਰਜੇ ਜਿਹੜੇ ਬਣ ਕੇ ਆਉਂਦੇ ਨੇ, ਆਟੋਮੋਬਾਈਲ ਦੇ ਪੁਰਜੇ ਜਿਹੜੇ ਬਣ ਕੇ ਆਉਂਦੇ ਨੇ, ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਹਾਲੇ ਤੱਕ ਭਾਰਤ ਵਿੱਚ ਇੰਨੇ ਵੱਡੇ ਪੱਧਰ ਤੇ ਇਹ ਸਮਾਨ ਨਹੀਂ ਬਣਦਾ ਕਿ ਚਾਈਨਾ ਦਾ ਮੁਕਾਬਲਾ ਕੀਤਾ ਜਾਵੇ। ਜੇਕਰ ਅਸੀਂ ਬੰਦ ਕਰਦੇ ਹਾਂ ਤਾਂ ਹੋ ਸਕਦਾ ਹੈ ਇਸ ਸਮਾਨ ਦੀ ਸ਼ਾਰਟੇਜ ਹੋ ਜਾਵੇ ਕਿਉਂਕਿ ਹਾਲੇ ਤੱਕ ਉਨੇ ਵੱਡੇ ਪੱਧਰ ਤੇ ਕਾਰਖਾਨੇ ਨਹੀਂ ਬਣੇ। ਜੇ ਅੱਜ ਅਸੀਂ ਕਾਰਖਾਨਿਆਂ ਦੀ ਸ਼ੁਰੂਆਤ ਕਰਦੇ ਹਾਂ ਤਾਂ ਹੋ ਸਕਦਾ ਆਉਣ ਵਾਲੇ 2-3 ਸਾਲਾਂ ਦੇ ਵਿੱਚ ਅਸੀਂ ਕੰਪੀਟ ਕਰ ਸਕੀਏ। ਇੰਟਰਨੈਟ ਐਪਸ ਦੀ ਗੱਲ ਕਰਦੇ ਹਾਂ, ਤੁਹਾਡੇ ਫੋਨ ਦੇ ਵਿੱਚ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਚੱਲਦੀਆਂ ਨੇ। ਤੁਹਾਨੂੰ ਇਹ ਸੁਣ ਕੇ ਹੈਰਾਨਗੀ ਰਹੇਗੀ ਕਿ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਉਹ ਚਾਈਨਾ ਤੋਂ ਆਧਾਰਿਤ ਨੇ। ਚੀਨ ਨੇ ਉਹ ਐਪਸ ਬਣਾਈਆਂ ਨੇ ਤੁਹਾਡੇ ਮੋਬਾਈਲ ਫੋਨ ਦੀਆਂ। ਬਾਜ਼ਾਰੀ ਆਕਾਰ ਉਸਦਾ 450 ਮਿਲੀਅਨ, ਤੁਸੀਂ ਹਿਸਾਬ ਲਾ ਲਓ ਕਿ ਕਿੱਡਾ ਵੱਡਾ ਇਹ ਆਕਾਰ ਹੈਗਾ। 450 ਮਿਲੀਅਨ ਡਾਲਰ ਦਾ ਇਹ ਬਿਜ਼ਨਸ ਹੈਗਾ। 450 ਮਿਲੀਅਨ ਡਾਲਰ ਦੀ ਕਮਾਈ ਜਿਹੜੀ ਹੈ, ਬਿਜ਼ਨਸ ਹੈ ਜਿਹੜਾ ਉਹ ਚਾਈਨਾ ਦਾ ਇਹਨਾਂ ਚੀਨੀ ਐਪਸ ਦੇ ਰਾਹੀਂ ਹੁੰਦਾ। ਸਮਾਰਟਫੋਨ ਉਪਭੋਗਤਾ ਜ਼ਿਆਦਾ ਯੂਜ਼ ਕਰਦੇ ਨੇ। ਜੇਕਰ ਇਸ ਦੀ ਸੰਭਾਵਨਾ ਦੇਖੀ ਜਾਵੇ ਕਿ ਇਹ ਬੰਦ ਹੋ ਸਕਦੇ ਨੇ ਜਾਂ ਵਿਕਲਪ ਹੋ ਸਕਦਾ ਹੈ ਤਾਂ ਇੱਕ ਜਿਹੜਾ ਨੁਕਤਾ ਕੱਢਿਆ ਮਾਹਿਰਾਂ ਨੇ ਉਹ ਬੜਾ ਹੈਰਾਨ ਕਰਨ ਵਾਲਾ ਹੈ। ਕਹਿੰਦੇ ਨੇ ਕਿ ਟਿਕਟੌਕ ਦੀ ਲੱਤ ਜੇ ਭਾਰਤੀ ਛੱਡ ਦੇਣ ਤਾਂ ਸ਼ਾਇਦ ਕੁਝ ਸੰਭਵ ਹੋ ਸਕਦਾ, ਪਰ ਹਾਲੇ ਤੱਕ ਟਿਕਟੌਕ ਤੇ ਜਿੰਨੇ ਵਿਕਲਪ ਭਾਰਤ ਵੱਲੋਂ ਦਿੱਤੇ ਗਏ ਨੇ ਉਹ ਹਾਲੇ ਤੱਕ ਅਸਫਲ ਹੀ ਹੋਏ ਨੇ, ਸਫਲ ਕੋਈ ਨਹੀਂ ਹੋਇਆ। ਜੇਕਰ ਟਿਕਟੌਕ ਦਾ ਕੋਈ ਬਦਲ ਕੱਢਿਆ ਜਾਂਦਾ ਭਾਰਤ ਵੱਲੋਂ ਤਾਂ ਸ਼ਾਇਦ ਚੀਨੀ ਐਪਸ ਨੂੰ ਥੱਲੇ ਕੀਤਾ ਜਾ ਸਕਦਾ, ਪਰ ਫਿਲਹਾਲ ਅਜਿਹੀ ਸੰਭਾਵਨਾ ਕੋਈ ਨਜ਼ਰ ਨਹੀਂ ਆ ਰਹੀ ਕਿ ਜੋ ਟਿਕਟੌਕ ਦਾ ਮੁਕਾਬਲਾ ਕਰਨ ਵਾਲੀ ਹੋਵੇ। ਅੱਗੇ ਵਧਦੇ ਹਾਂ, ਸੂਰਜੀ ਊਰਜਾ ਦੀ ਗੱਲ ਕਰਦੇ ਹਾਂ ਕਿਉਂਕਿ ਵਿਕਲਪ ਅਸੀਂ ਦੇਖਦੇ ਹਾਂ, ਜਦੋਂ ਬਿਜਲੀ ਦਾ ਵਿਕਲਪ ਦੇਖਦੇ ਹਾਂ ਕਿ ਕਿਹੜਾ ਹੋ ਸਕਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਰਜੀ ਊਰਜਾ ਇੱਕ ਵੱਡਾ ਵਿਕਲਪ ਸਾਨੂੰ ਨਜ਼ਰ ਆਉਂਦਾ। ਸੋਲਰ ਪਾਵਰ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਵਾਰ-ਵਾਰ ਜਾਂਦਾ ਕਿ ਜ਼ਿਆਦਾ ਤੋਂ ਜ਼ਿਆਦਾ ਸੋਲਰ ਪਾਵਰ ਹੋਣੀ ਚਾਹੀਦੀ ਹੈ। ਲਗਭਗ 37,966 ਮੈਗਾਵਾਟ ਦਾ ਬਿਜ਼ਨਸ ਹੈ ਜਿਹੜਾ ਉਹ ਹਰ ਸਾਲ ਜਿਹੜਾ ਉਹ ਚਾਈਨਾ ਵੱਲੋਂ ਕੀਤਾ ਜਾਂਦਾ ਇਸ ਬਾਜ਼ਾਰ ਦੇ ਵਿੱਚ। ਔਰ ਤੁਹਾਨੂੰ ਸੁਣ ਕੇ ਹੈਰਾਨਗੀ ਹੋਏਗੀ, ਇਸ ਪਾਰਟਿਕੂਲਰ ਏਰੀਆ ਦੇ ਵਿੱਚ 90% ਸ਼ੇਅਰ ਹੈ ਜਿਹੜਾ ਉਹ ਚੀਨੀ ਦਾ, ਚੀਨੀ ਮਾਰਕੀਟ ਦਾ, ਚੀਨੀ ਉਤਪਾਦਾਂ ਦਾ। ਉਹ 90% ਜਿਹੜਾ ਹਿੱਸਾ ਹੈ ਸੂਰਜੀ ਊਰਜਾ ਦਾ ਚਾਈਨਾ ਦੀ ਮਾਰਕੀਟ ਦਾ। ਅਜੇ ਇਹਦੇ ਵਿੱਚ ਬਦਲਾਅ ਦੀ ਸੰਭਾਵਨਾ ਲਗਭਗ ਅਸੰਭਵ ਹੈ ਕਿਉਂਕਿ ਦੇਸ਼ ਦਾ ਘਰੇਲੂ ਉਤਪਾਦ ਕਮਜ਼ੋਰ ਹੈ ਤੇ ਹੋਰ ਵਿਕਲਪ ਜਿਹੜੇ ਨੇ ਉਹ ਮਹਿੰਗੇ ਨੇ। ਇਸ ਕਰਕੇ ਘੱਟੋ ਘੱਟ ਇਸ ਹਿੱਸੇ ਦੇ ਵਿੱਚ ਸੂਰਜੀ ਊਰਜਾ ਦੇ ਵਿੱਚ ਹੋਰ ਵਿਕਲਪ ਸਾਨੂੰ ਨਜ਼ਰ ਨਹੀਂ ਆਉਂਦਾ। ਚਾਈਨਾ ਨੇ 90% ਇਸ ਤੇ ਕਬਜ਼ਾ ਕੀਤਾ ਹੋਇਆ। ਜੇ ਅਸੀਂ 90% ਹਟਾ ਦਿੰਦੇ ਹਾਂ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਰਹੇਗਾ। ਜੇਕਰ ਸਟੀਲ ਦੀ ਗੱਲ ਕੀਤੀ ਜਾਵੇ, ਕਿਉਂਕਿ ਸਟੀਲ ਦਾ ਅੱਜ ਕੱਲ੍ਹ ਅਸੀਂ ਬਿਜ਼ਨਸ ਦੇਖ ਰਹੇ ਹਾਂ ਕਿ ਕਿੱਡਾ ਵੱਡਾ ਹੈ। ਤੁਸੀਂ ਘਰ ਦੇ ਭਾਂਡਿਆਂ ਤੋਂ ਲੈ ਕੇ ਗ੍ਰਿਲਾਂ ਤੋਂ ਲੈ ਕੇ ਗੇਟਾਂ ਤੋਂ ਲੈ ਕੇ ਰੇਲਿੰਗਸ ਤੋਂ ਲੈ ਕੇ ਹਰ ਸਮਾਨ ਅੱਜ ਕੱਲ੍ਹ ਸਟੀਲਦਾਰ ਹੈ, ਫਰਨੀਚਰ ਤੱਕ ਸਟੀਲਦਾਰ ਹੈ। ਅਜੇ ਇਹਦੇ ਵਿੱਚ ਕਿੱਡਾ ਬਿਜ਼ਨਸ ਕਰਦਾ ਸਟੀਲ ਦਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਲਗਭਗ 108.5 ਮਿਲੀਅਨ ਟਨ ਦਾ ਜਿਹੜਾ ਬਿਜ਼ਨਸ ਹੈ ਉਹ ਚੀਨ ਵੱਲੋਂ ਕੀਤਾ ਜਾਂਦਾ ਔਰ 18 ਤੋਂ 20% ਹਿੱਸਾ ਜਿਹੜਾ ਮਾਰਕੀਟ ਦਾ ਚਾਈਨਾ ਦਾ ਸਟੀਲ ਦੇ ਬਿਜ਼ਨਸ ਦੇ ਵਿੱਚ। ਬਦਲਾਅ ਦੀ ਸੰਭਾਵਨਾ ਤਾਂ ਹੈ ਪਰ ਔਖਾ ਜ਼ਰੂਰ ਹੈ। ਕੁਝ ਉਤਪਾਦਾਂ ਲਈ ਕਿਉਂ ਜਿਹੀਆਂ ਕੀਮਤਾਂ ਹੋਣ ਇਸ ਦਾ ਵਿਕਲਪ ਲੱਭਣਾ ਸੰਭਵ ਨਹੀਂ ਹੈ ਕਿਉਂਕਿ ਜੋ ਸਟੀਲ ਦੀ ਮਾਰਕੀਟ ਚਾਈਨਾ ਵੱਲੋਂ ਆਉਂਦੀ ਹੈ ਜਾਂ ਚਾਈਨਾ ਵੱਲੋਂ ਦਿੱਤਾ ਜਾਂਦਾ ਉਹ ਭਾਰਤੀ ਦੇ ਮੁਕਾਬਲੇ ਸਸਤਾ ਹੈ। ਇਸ ਕਰਕੇ ਇਸ ਦਾ ਵਿਕਲਪ ਹੈ ਜਿਹੜਾ ਉਹ ਲੱਭਣਾ ਜ਼ਰੂਰੀ ਹੈ ਔਰ ਸਸਤਾ ਵੀ ਹੋਵੇ ਇਹ ਵੀ ਬੜਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦਵਾਈਆਂ ਦੀ ਗੱਲ ਕਰਦੇ ਹਾਂ। 2 ਬਿਲੀਅਨ ਡਾਲਰ ਦਾ ਬਿਜ਼ਨਸ ਹੈ ਜਿਹੜਾ ਉਹ ਦਵਾਈਆਂ ਦੇ ਰੂਪ ਦੇ ਵਿੱਚ ਭਾਰਤ ਦੇ ਵਿੱਚ ਕੀਤਾ ਜਾਂਦਾ ਚੀਨ ਵੱਲੋਂ। ਚੀਨੀ ਉਤਪਾਦਾਂ ਦਾ ਹਿੱਸਾ 60% ਹੈ। 60% ਦਵਾਈਆਂ ਜਿਹੜੀਆਂ ਨੇ ਉਹ ਚੀਨੀ ਉਤਪਾਦ ਨੇ, ਚੀਨ ਵੱਲੋਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਹੁਣ ਜੇ ਬਦਲਾਅ ਦੀ ਸੰਭਾਵਨਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਔਖਾ ਹੈ ਕਿਉਂਕਿ ਹੋਰ ਸਰੋਤ ਜਿਹੜੇ ਨੇ ਉਹ ਮਹਿੰਗੇ ਨੇ ਕਿਉਂਕਿ ਵੱਡੇ ਘਰੇਲੂ ਰਸਾਇਣਿਕ ਕਾਰਖਾਨਿਆਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਰੇਟ ਵੀ ਤੁਸੀਂ ਦੇਖਣਾ ਹੈ, ਬਲਕ ਦੇ ਵਿੱਚ ਆਰਡਰ ਵੀ ਤਿਆਰ ਕਰਨੇ ਹੈ ਔਰ ਜੋ ਸਮੱਸਿਆ ਫਿਲਹਾਲ ਸਾਡੇ ਮੁਲਕ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇੱਕ ਵੱਡਾ ਰਿਸਕ ਫੈਕਟਰ ਹੋਏਗਾ ਕਿ ਜੇਕਰ ਅਸੀਂ ਬਿਲਕੁਲ ਬਿਜ਼ਨਸ ਚੀਨ ਨਾਲ ਦਵਾਈਆਂ ਦੇ ਮਾਮਲੇ ਦੇ ਵਿੱਚ ਬੰਦ ਕਰ ਦਿੰਦੇ ਹਾਂ ਕਿਉਂਕਿ ਚੀਨੀ ਉਤਪਾਦਾਂ ਦਾ ਹਿੱਸਾ 60% ਹੈ। ਇਹ ਜ਼ਿਹਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਇਸ ਤੋਂ ਵੀ ਵੱਡੀ ਗੱਲ ਜੇਕਰ ਓਵਰਆਲ ਅਸੀਂ ਗੱਲ ਕਰਦੇ ਹਾਂ, ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਤੁਹਾਨੂੰ ਦਿਖਾਈਆਂ। ਇਹ ਸਾਰੇ ਅੰਕੜੇ ਮਾਹਿਰਾਂ ਵੱਲੋਂ ਪੇਸ਼ ਕੀਤੇ ਗਏ ਅੰਕੜੇ ਨੇ ਕਿ ਭਾਵਨਾਵਾਂ ਦੇ ਵਿੱਚ ਵਹਿ ਕੇ ਅਸੀਂ ਮਾਰਕੀਟ ਦੀ
ਜਿਹੜੀ ਫਿਲਹਾਲ ਜੋ ਚੱਲ ਰਿਹਾ ਮਾਰਕੀਟ ਦੇ ਵਿੱਚ ਉਸ ਗੱਲ ਨੂੰ ਅਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੀਏ, ਸੱਚਾਈ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਕਿ ਅਸੀਂ ਕਿੰਨੇ ਨਿਰਭਰ ਹੋ ਚੁੱਕੇ ਹਾਂ ਚੀਨੀ ਉਤਪਾਦਾਂ ਦੇ ਉੱਤੇ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਤੁਸੀਂ ਆਪਣੇ ਘਰ ਨੇੜੇ ਤੇੜੇ ਕਿਤੇ ਵੀ ਤੁਸੀਂ ਨਜ਼ਰ ਪਾਓ, ਚੀਨੀ ਖਿਡੌਣੇ ਤੁਹਾਡੇ ਬੱਚੇ ਜਿਹੜੇ ਖੇਡਦੇ ਨੇ, ਜ਼ਿਆਦਾਤਰ ਵੱਡੀ ਮਾਰਕੀਟ ਜਿਹੜੀ ਹਿਊਜ ਮਾਰਕੀਟ ਉਹ ਚੀਨੀ ਖਿਡੌਣਿਆਂ ਦੀ ਹੈ। ਚੀਨੀ ਖਿਡੌਣੇ ਆਉਂਦੇ ਨੇ, ਚੀਨੀ ਰੰਗ ਆਉਂਦੇ ਨੇ, ਹੋਲੀ ਦੇ ਵਿੱਚ ਚੀਨੀ ਰੱਖੜੀਆਂ ਆਉਂਦੀਆਂ ਨੇ, ਚੀਨੀ ਡੋਰਾਂ ਆਉਂਦੀਆਂ ਨੇ। ਅਜਿਹੇ ਦੇ ਵਿੱਚ ਕਿਹੜੀ ਉਹ ਜਗ੍ਹਾ ਹੈ ਜਿੱਥੇ ਚੀਨ ਨੇ ਹਮਲਾ ਨਹੀਂ ਮਾਰਿਆ, ਜਿੱਥੇ ਚੀਨ ਨੇ ਮਾਰਕੀਟ ਆਪਣੀ ਸਟਰੋਂਗ ਨਹੀਂ ਕੀਤੀ ਤੇ ਹੁਣ ਅਸੀਂ ਜਾਗ ਰਹੇ ਹਾਂ ਕਿ ਅਸੀਂ ਚੀਨ ਨੂੰ ਬਾਈਕਾਟ ਕਰ ਦਈਏ, ਚੀਨ ਦਾ ਸਮਾਨ ਬੰਦ ਕਰ ਦਈਏ। ਇਹ ਸ਼ਾਇਦ ਇੰਨਾ ਜਲਦੀ ਸੰਭਵ ਨਾ ਹੋਵੇ, ਪਰ ਜੇਕਰ ਹੁਣੇ ਹੀ ਅਸੀਂ ਗੱਲ ਕਰਦੇ ਹਾਂ, ਜਿਵੇਂ ਮੁਲਕ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਆਤਮ ਨਿਰਭਰ ਬਣੋ, ਆਤਮ ਨਿਰਭਰ ਸਿਰਫ ਕਹਿਣ ਨਾਲ ਨਹੀਂ ਕਰਨ ਨਾਲ ਵੀ ਬਣਨਾ ਪੈਣਾ ਹੈ। ਜੇਕਰ ਆਤਮ ਨਿਰਭਰ ਵੱਲ ਅਸੀਂ ਹੁਣ ਵਧਾਂਗੇ ਤਾਂ ਹੋ ਸਕਦਾ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੰਭਵ ਹੋ ਸਕਣ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਪਰ ਫਿਲਹਾਲ ਸਥਿਤੀ ਜਿਹੜੀ ਹੈ ਉਹ ਅਜਿਹੀ ਨਹੀਂ ਲੱਗਦੀ ਕਿ ਪੂਰੀ ਤਰ੍ਹਾਂ ਚੀਨ ਦਾ ਸਮਾਨ ਜਿਹੜਾ ਉਹ ਬਾਈਕਾਟ ਕੀਤਾ ਜਾ ਸਕੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।